ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਹੈ। ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਕਿ ਅਸੀਂ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਉਸ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਅਸੀਂ ਲਗਾਤਾਰ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਸਿੱਖਿਆ ਨੂੰ ਪ੍ਰਾਪਤ ਕਰਦੇ ਆ ਰਹੇ ਹਾਂ। ਪਿਛਲੇ ਅਧਿਆਇ ਦੇ ਵਿੱਚ ਅਸੀਂ ਪਰਮੇਸ਼ਰ ਦੁਆਰਾ ਪ੍ਰਦਾਨ ਕੀਤੇ ਗਏ ਸ਼ਸਤਰ ਪ੍ਰਾਰਥਨਾ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਸਿੱਖਿਆ ਕਿ ਪ੍ਰਾਰਥਨਾ ਉਹ ਸ਼ਕਤੀ ਹੈ ਜਿਸ ਦੇ ਬਗੈਰ ਅਸੀਂ ਯੁੱਧ ਦੇ ਵਿੱਚ ਜਾਣ ਦੇ ਅਯੋਗ ਹੋ ਜਾਂਦੇ ਹਾਂ। ਅਸੀਂ ਸਿੱਖਿਆ ਕਿ ਕਿਸੇ ਵੀ ਯੋਧੇ ਦੇ ਪ੍ਰਭਾਵਸ਼ਾਲੀ ਹੋਣ ਦੇ ਲਈ ਜ਼ਰੂਰੀ ਹੈ ਕਿ ਉਹ ਪ੍ਰਾਰਥਨਾ ਦੇ ਹਥਿਆਰ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰੇ। ਇਸ ਦੇ ਲਈ ਅਸੀਂ ਕੁਝ ਜ਼ਰੂਰੀ ਗੱਲਾਂ ਨੂੰ ਵੇਖਿਆ ਸੀ ਜਿਹੜੀਆਂ ਕਿ ਕਿਸੇ ਵੀ ਯੋਧੇ ਨੂੰ ਪ੍ਰਾਰਥਨਾ ਦੇ ਦੁਆਰਾ ਯੁੱਧ ਵਿੱਚ ਲੜਨ ਦੇ ਲਾਇਕ ਬਣਾਉਂਦੀਆਂ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਾਰਥਨਾ ਦੇ ਉੱਤੇ ਆਪਣੀ ਸਿੱਖਿਆ ਨੂੰ ਜਾਰੀ ਰੱਖਾਂਗੇ। ਤੇ ਆਓ ਫਿਰ ਪ੍ਰਾਰਥਨਾ ਦੇ ਉੱਤੇ ਵਧੇਰੇ ਜਾਣਕਾਰੀ ਦੇ ਲਈ ਚੱਲਦੇ ਹਾਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਕੋਲ। ਆਓ ਬਿਨਾਂ ਕਿਸੇ ਦੇਰੀ ਦੇ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਬੇਨਤੀ ਯੋਧੇ ਦੀ ਪ੍ਰਾਰਥਨਾ ਦੀ ਅਰਜ਼ ਮੰਗਣਾ ਹੈ। ਮੈਂ ਇੱਕ ਵਾਰ ਫਿਰ ਆਖ ਦੇਵਾਂ ਕਿ ਮੰਗਣਾ ਰਾਜ ਦਾ ਕਾਨੂੰਨ ਹੈ। ਕੀ ਆਪ ਆਪਣੇ ਬੱਚਿਆਂ ਦੇ ਆਪ ਕੋਲ ਆ ਕੇ ਮੰਗਣ ਦੀ ਕਲਪਨਾ ਕਰ ਸਕਦੇ ਹੋ, ਜਿਸ ਦੀ ਉਹਨਾਂ ਨੂੰ ਜ਼ਰੂਰਤ ਹੋਵੇ, ਇਸ ਨੂੰ ਪੂਰਾ ਕਰਨ ਦਾ ਪ੍ਰਬੰਧ ਹੋਵੇ ਅਤੇ ਆਪ ਇਸ ਨੂੰ ਦੇਣ ਤੋਂ ਉਹਨਾਂ ਨੂੰ ਇਨਕਾਰ ਕਰ ਦਿੰਦੇ ਹੋ ਜੇਕਰ ਇਹ ਉਹਨਾਂ ਦੇ ਭਲੇ ਲਈ ਨਾ ਹੋਵੇ। ਜੇਕਰ ਆਪ ਇਸ ਤਰ੍ਹਾਂ ਕਰਦੇ ਹੋ ਤਦ ਆਪ ਇੱਕ ਨੇਕ ਪਿਤਾ ਨਹੀਂ ਹੋ। ਮੈਨੂੰ ਇਹ ਆਖਣ ਦਾ ਹੌਸਲਾ ਹੈ ਕਿ ਇੱਥੇ ਕੋਈ ਵੀ ਇਹੋ ਜਿਹਾ ਪਿਤਾ ਨਹੀਂ ਹੈ ਜੋ ਕਿ ਜੇਕਰ ਆਪਣੇ ਪੁੱਤਰ ਜਾਂ ਧੀ ਨੂੰ ਜਾਣਦਾ ਹੋਵੇ ਕਿ ਉਸ ਦੀ ਇਹ ਲੋੜ ਹੈ ਅਤੇ ਉਸ ਕੋਲ ਉਸ ਜ਼ਰੂਰਤ ਨੂੰ ਪੂਰਾ ਕਰਨ ਦਾ ਇੰਤਜ਼ਾਮ ਹੋਵੇ ਅਤੇ ਉਹ ਪੁੱਤਰ ਜਾਂ ਧੀ ਦੇ ਉਸ ਕੋਲ ਆ ਕੇ ਆਖਿਆ ਹੋਵੇ, ਕਿਰਪਾ ਕਰਕੇ ਕਿ ਆਪ ਮੇਰੀ ਮਦਦ ਕਰ ਸਕਦੇ ਹੋ, ਤਦ ਉਹ ਇਸ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਨਾ ਜਾਵੇ। ਫਰਜ਼ ਕਰੋ ਕਿ ਤੁਹਾਡੇ ਪੁੱਤਰ ਜਾਂ ਧੀ ਦੀ ਕੋਈ ਜ਼ਰੂਰਤ ਸੀ ਅਤੇ ਉਹਨਾਂ ਨੇ ਇਹ ਆਪ ਤੋਂ ਨਹੀਂ ਸੀ ਮੰਗਿਆ। ਮਨੁੱਖੀ ਨਜ਼ਰੀਏ ਤੋਂ ਆਪ ਨਹੀਂ ਜਾਣੋਗੇ ਅਤੇ ਇਸ ਕਰਕੇ ਆਪ ਇਸ ਨੂੰ ਪੂਰਾ ਨਹੀਂ ਸੀ ਕਰ ਸਕੇ। ਪਰਮੇਸ਼ਰ ਪਹਿਲਾਂ ਹੀ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ, ਪਰ ਉਸ ਨੇ ਇਸ ਦਾ ਪ੍ਰਬੰਧ ਪ੍ਰਾਰਥਨਾ ਦੇ ਵਸੀਲੇ ਦੇ ਰਾਹੀਂ ਕਰਨ ਦਾ ਕੀਤਾ ਹੈ ਅਤੇ ਉਸ ਨੇ ਆਖਿਆ ਹੈ, ਮੇਰੇ ਰਾਜ ਨਿਯਮ ਇਹ ਹੈ ਕਿ ਆਪ ਪ੍ਰਾਪਤ ਕਰਨ ਲਈ ਮੰਗੋ, ਜੇਕਰ ਸਾਡੇ ਕੋਲ ਨਹੀਂ ਹੈ ਤਦ ਇਹ ਇਸ ਕਰਕੇ ਕਿ ਅਸੀਂ ਮੰਗਿਆ ਨਹੀਂ ਹੈ। ਇਹ ਯੋਧੇ ਦੀ ਪ੍ਰਾਰਥਨਾ ਦੀ ਬੇਨਤੀ ਹੈ। ਕੀ ਇਹ ਐਤ ਪ੍ਰਾਰਥਨਾ ਨਾਲ ਸੰਬੰਧਿਤ ਅਦਭੁਤ ਸਿੱਖਿਆ ਨਹੀਂ ਹੈ? ਨੰਬਰ 4, ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ। ਹੁਣ ਚੌਥੀ ਗੱਲ, ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ ਬਾਰੇ ਗੌਰ ਕਰੋ। ਇੱਥੇ ਆਖਿਆ ਸਾਰੀਆਂ ਪ੍ਰਾਰਥਨਾਵਾਂ ਬੇਨਤੀਆਂ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪ ਦੀ ਪ੍ਰਾਰਥਨਾ ਦੀ ਸ਼ਕਤੀ ਕੀ ਹੈ? ਇਹ ਪਵਿੱਤਰ ਆਤਮਾ ਦੀ ਸ਼ਕਤੀ ਹੈ ਜੋ ਤੁਹਾਡੇ ਅੰਦਰ ਵਸਦੀ ਹੈ। ਪਵਿੱਤਰ ਆਤਮਾ ਜੋ ਆਪ ਦੇ ਅੰਦਰ ਹੈ ਉਹ ਸਿਰਫ ਆਪ ਦੀ ਪ੍ਰਾਰਥਨਾ ਦਾ ਆਚਰਣ ਹੀ ਨਹੀਂ ਬਲਕਿ ਇਹ ਉਸ ਦੀ ਸੂਚੀ ਨਿਰਧਾਰਿਤ ਕਰਦਾ ਹੈ। ਮੈਂ ਇਹ ਕਿਵੇਂ ਜਾਣ ਸਕਦਾ ਹਾਂ? ਜਿਸ ਵਾਸਤੇ ਮੈਂ ਪ੍ਰਾਰਥਨਾ ਕਰਦਾ ਹਾਂ ਉਹ ਪਰਮੇਸ਼ਰ ਦੀ ਬਾਣੀ ਅਤੇ ਪਰਮੇਸ਼ਰ ਦੀ ਇੱਛਾ ਹੈ। ਪਵਿੱਤਰ ਆਤਮਾ ਜਿਸ ਨੇ ਪਰਮੇਸ਼ਰ ਦੀ ਬਾਣੀ ਨੂੰ ਲਿਖਿਆ ਸੀ ਉਹ ਇਹ ਹੀ ਪਵਿੱਤਰ ਆਤਮਾ ਹੈ ਜੋ ਮੇਰੇ ਦਿਲ ਦੇ ਅੰਦਰ ਵਸਦਾ ਹੈ। ਜਿਉਂ-ਜਿਉਂ ਮੈਂ ਆਪਣੇ ਦਿਲ ਦੇ ਅੰਦਰ ਵਸਣ ਵਾਲੇ ਪਵਿੱਤਰ ਆਤਮਾ ਦੀ ਪ੍ਰਤੀ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ ਹਾਂ ਤਦ ਉਹ ਉਹਨਾਂ ਗੱਲਾਂ ਵਿੱਚ ਮੇਰੀ ਅਗਵਾਈ ਕਰਦਾ ਹੈ ਜਿਨ੍ਹਾਂ ਦਾ ਵਾਅਦਾ ਪਰਮੇਸ਼ਰ ਨੇ ਪਹਿਲਾਂ ਹੀ ਪਰਮੇਸ਼ਰ ਦੀ ਬਾਣੀ ਵਿੱਚ ਕੀਤਾ ਹੋਇਆ ਹੈ, ਜੋ ਆਤਮਾ ਦੇ ਦੁਆਰਾ ਨਿਰਧਾਰਿਤ ਹੈ ਅਤੇ ਉਹ ਆਤਮਾ ਜੋ ਮੈਨੂੰ ਨਿਰਧਾਰਿਤ ਕਰਦਾ ਹੈ ਅਤੇ ਉਹ ਆਤਮਾ ਜਿਸ ਨੇ ਪਰਮੇਸ਼ਰ ਦੀ ਬਾਣੀ ਨੂੰ ਲਿਖਿਆ ਸੀ ਇੱਕ ਦੂਸਰੇ ਨਾਲ ਸਹਿਮਤ ਹੁੰਦੇ ਹਨ ਅਤੇ ਫਿਰ ਮੈਂ ਆਤਮਾ ਵਿੱਚ ਹੋ ਕੇ ਪ੍ਰਾਰਥਨਾ ਕਰਦਾ ਹਾਂ ਅਤੇ ਪਰਮੇਸ਼ਰ ਇਸ ਦਾ ਉੱਤਰ ਦਿੰਦਾ ਹੈ। ਰੋਮੀਓ 8 ਦੇ 26 ਅਤੇ 27 ਦੇ ਵਚਨ ਆਖਦੇ ਹਨ ਕਿ ਇਹ ਤਾਂ ਸਿਰਫ ਆਤਮਾ ਦੀ ਸ਼ਕਤੀ ਦੇ ਰਾਹੀਂ ਹੀ ਹੁੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਇੱਛਾ ਵਿੱਚ ਹੋ ਕੇ ਪ੍ਰਾਰਥਨਾ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਆਪਣੀ ਖੁਦ ਦੀ ਸ਼ਕਤੀ ਵਿੱਚ ਹੋ ਕੇ ਹੀ ਪ੍ਰਾਰਥਨਾ ਕਰ ਰਹੇ ਹੋਵਾਂਗੇ। ਪ੍ਰਾਰਥਨਾ ਦੀ ਸ਼ਕਤੀ ਵਿੱਚ ਮੇਰਾ ਉਦੇਸ਼ ਕੀ ਹੈ? ਇਸ ਪੁਸਤਕ ਵਿੱਚ ਜਾਣਾ, ਇਸ ਨੂੰ ਪੜ੍ਹਨਾ ਅਤੇ ਇਸ ਨੂੰ ਸਮਝਣਾ ਕਿ ਪਰਮੇਸ਼ਰ ਦੀ ਇੱਛਾ ਕੀ ਹੈ ਅਤੇ ਪਰਮੇਸ਼ਰ ਦੇ ਆਤਮਾ ਦੀ ਇੱਛਾ ਕੀ ਹੈ ਅਤੇ ਫਿਰ ਮੇਰੀ ਆਤਮਾ ਨਾਲ ਉਸੇ ਰੂਹ ਨਾਲ ਸਹਿਮਤ ਹੋਣਾ ਜਿਸ ਨੂੰ ਪਰਮੇਸ਼ਰ ਦੀ ਬਾਣੀ ਨੂੰ ਲਿਖਿਆ ਸੀ ਅਤੇ ਪ੍ਰਾਰਥਨਾ ਵਿੱਚ ਹੋ ਕੇ ਇਸ ਨਾਲ ਸਹਿਮਤ ਹੋਣਾ ਅਤੇ ਫਿਰ ਆਤਮਾ ਦੀ ਸ਼ਕਤੀ ਵਿੱਚ ਹੋ ਕੇ ਮੈਂ ਪ੍ਰਾਰਥਨਾ ਕਰ ਸਕਦਾ ਹਾਂ ਅਤੇ ਆਪਣੀਆਂ ਪ੍ਰਾਰਥਨਾ ਦਾ ਉੱਤਰ ਪ੍ਰਾਪਤ ਕਰ ਸਕਦਾ ਹਾਂ। ਇਹ ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ ਹੈ। ਨੰਬਰ 5, ਯੋਧੇ ਦੀ ਪ੍ਰਾਰਥਨਾ ਦੀ ਸਪਸ਼ਟਤਾ। ਪੰਜਵੀਂ ਗੱਲ, ਯੋਧੇ ਦੀ ਪ੍ਰਾਰਥਨਾ ਦੀ ਸਪਸ਼ਟਤਾ ਬਾਰੇ ਗੌਰ ਕਰੋ। ਜਾਗਦੇ ਰਹੋ,
ਬਾਈਬਲ ਬਾਣੀ ਆਖਦੀ ਹੈ ਕਿ ਇਹ ਪ੍ਰਾਰਥਨਾਵਾਂ ਦੀ ਗੱਲ ਕੁਝ ਇਹੋ ਜਿਹਾ ਮਾਮਲਾ ਨਹੀਂ ਹੈ ਜੋ ਯੋਧੇ ਵਿੱਚ ਸਾਵਧਾਨੀ ਦੀ ਥੋੜ ਰੱਖਦਾ ਹੋਵੇ, ਬਲਕਿ ਇਹ ਤਾਂ ਕੁਝ ਇਹੋ ਜਿਹੀ ਚੀਜ਼ ਹੈ ਜਿਸ ਬਾਰੇ ਜ਼ਰੂਰੀ ਹੈ ਕਿ ਉਹ ਸੁਚੇਤ ਹੋਵੇ। ਜ਼ਰੂਰੀ ਹੈ ਕਿ ਉਹ ਆਪਣੇ ਪ੍ਰਾਰਥਨਾ ਦੇ ਜੀਵਨ ਬਾਰੇ ਸੁਚੇਤ ਹੋਵੇ। ਉਸ ਲਈ ਜ਼ਰੂਰੀ ਹੈ ਕਿ ਉਹ ਸੁਚੇਤ ਰਹਿੰਦਿਆਂ ਹੋਇਆ ਆਪਣੇ ਜੀਵਨ ਵਿੱਚ ਉਸ ਨੂੰ ਕੁਝ ਵੀ ਪ੍ਰਾਰਥਨਾ ਕਰਨ ਦੇ ਅਯੋਗ ਨਾ ਬਣ ਦੇਵੇ। ਮੈਂ ਪਿਛਲੇ ਕਈ ਮਹੀਨਿਆਂ ਵਿੱਚ ਸ਼ਾਇਦ ਇਸ ਉੱਤੇ ਗੌਰ ਕਰਦਾ ਆਇਆ ਹਾਂ ਔਰ ਸਿੱਖਦਾ ਆ ਰਿਹਾ ਹਾਂ। ਪ੍ਰਾਰਥਨਾ ਸਿਰਫ ਉਹੀ ਹੀ ਨਹੀਂ ਹੈ ਜੋ ਆਪ ਉਹਨਾਂ ਪ੍ਰਾਰਥਨਾ ਵਿੱਚ ਲਗਾਉਂਦੇ ਹੋ ਜੋ ਆਪ ਪਰਮੇਸ਼ਰ ਨੂੰ ਦਿੰਦੇ ਹੋ, ਪਰ ਪ੍ਰਾਰਥਨਾ ਤਾਂ ਇਸ ਤੋਂ ਕਈ ਘੰਟੇ ਪਹਿਲਾਂ ਹੀ ਆਰੰਭ ਹੋ ਜਾਂਦੀ ਹੈ। ਉਹਨਾਂ ਫੈਸਲਿਆਂ ਵਿੱਚੋਂ ਜੋ ਰਾਤ ਦੇ ਵਕਤ ਆਪ ਇਸ ਗੱਲ ਬਾਰੇ ਕਰਦੇ ਹੋ ਕਿ ਅਗਲੇ ਦਿਨ ਦੀ ਤਿਆਰੀ ਲਈ ਤੁਸੀਂ ਕੀ ਕਰਨ ਜਾ ਰਹੇ ਹੋ। ਪ੍ਰਾਰਥਨਾ ਕਰਨ ਦੇ ਬਾਰੇ ਫੈਸਲਾ ਲੈਣਾ ਹਨ। ਇਸ ਪ੍ਰਾਰਥਨਾ ਦੇ ਯੋਧੇ ਨੂੰ ਆਪਣੇ ਜੀਵਨ ਵਿੱਚ ਅਜਿਹੇ ਕੰਮ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਜੋ ਉਸ ਨੂੰ ਪ੍ਰਾਰਥਨਾ ਕਰਨ ਲਈ ਅਯੋਗ ਠਹਿਰਾਵੇ। ਜ਼ਰੂਰੀ ਹੈ ਕਿ ਆਪ ਆਪਣੇ ਸਮੇਂ ਦੀ ਰਾਖੀ ਕਰੇ, ਆਪਣੇ ਸਮੇਂ ਦੀ ਯੋਜਨਾ ਬਣਾਵੇ। ਜ਼ਰੂਰੀ ਹੈ ਕਿ ਉਹ ਗੌਰ ਕਰੇ ਹਰ ਇੱਕ ਚੀਜ਼ ਬਾਰੇ ਜੋ ਉਸ ਦੇ ਪ੍ਰਾਰਥਨਾ ਦੇ ਜੀਵਨ ਨੂੰ ਪਾਲਦੀ ਹੈ ਅਤੇ ਪਲੋਸਦੀ ਹੈ, ਅਤੇ ਉਹ ਇਹੋ ਜਿਹੀ ਹਰੇਕ ਚੀਜ਼ ਤੋਂ ਰਾਖੀ ਰੱਖ ਸਕਦਾ ਹੈ ਜੋ ਇਸ ਨੂੰ ਰੋਕਦੀ ਹੈ। ਜਾਗਦੇ ਰਹਿਣ ਦਾ ਅਰਥ ਹੈ ਇਹੋ ਹੀ ਹੁੰਦਾ ਹੈ ਕਿ ਸਾਨੂੰ ਪ੍ਰਾਰਥਨਾ ਵਿੱਚ ਬਣੇ ਰਹਿਣਾ ਹੈ। ਯਿਸੂ ਜੀ ਬਾਈਬਲ ਬਾਣੀ ਵਿੱਚ ਸਾਨੂੰ ਜਾਗਦੇ ਰਹਿਣਾ ਅਤੇ ਪ੍ਰਾਰਥਨਾ ਕਰਨ ਦਾ ਹੁਕਮ ਦਿੰਦੇ ਹਨ। ਤਿੰਨ ਥਾਂ ਹਨ ਜਿੱਥੇ ਯਿਸੂ ਨੇ ਸਾਨੂੰ ਇਹ ਕਰਨ ਲਈ ਆਖਿਆ ਸੀ। ਮੈਂ ਆਪ ਨਾਲ ਇਸ ਨੂੰ ਵੰਡਣਾ ਚਾਹੁੰਦਾ ਹਾਂ। ਆਪ ਬਾਅਦ ਵਿੱਚ ਉਹਨਾਂ ਉੱਤੇ ਗੌਰ ਕਰ ਸਕਦੇ ਹੋ, ਇਹ ਬਹੁਤ ਰੋਚਕ ਹੈ। ਉਸਨੇ ਆਖਿਆ, ਖਬਰਦਾਰ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਅਤੇ ਤੁਸੀਂ ਜਗਤ ਉੱਤੇ ਫਤਿਹ ਪਾਓਗੇ। ਮਰਕਸ 13:33 ਦੇ ਵਚਨ। ਦੂਸਰੀ ਵਾਰ ਉਸਨੇ ਆਖਿਆ ਸੀ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪ੍ਰਤਿਆਵੇ ਵਿੱਚ ਨਾ ਪਵੋ। ਆਤਮਾ ਤੇ ਤਿਆਰ ਹੈ ਪਰ ਤੁਸੀਂ ਸਰੀਰ ਉੱਤੇ ਫਤਿਹ ਪਾਓਗੇ। ਸਰੀਰ ਕਮਜ਼ੋਰ ਹੈ। ਮਰਕਸ 14:38 ਵਚਨ। ਇੱਥੇ ਇਸ ਭਾਗ ਵਿੱਚ ਉਹ ਆਖਦਾ ਹੈ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਅਤੇ ਤੁਸੀਂ ਸ਼ੈਤਾਨ ਉੱਤੇ ਫਤਿਹ ਪਾਓਗੇ। ਇਫਸੀਆਂ 6:18 ਵਚਨ। ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ। ਕਿ ਪੁਰਾਣੇ ਨਿਯਮ ਵਿੱਚੋਂ ਤੁਹਾਨੂੰ ਨਹੇਮਜਾ ਬਾਰੇ ਯਾਦ ਹੈ? ਉਸਨੇ ਵੈਰੀ ਨੂੰ ਜਾਗਦਿਆਂ ਅਤੇ ਪ੍ਰਾਰਥਨਾ ਕਰਦੇ ਹਰਾਇਆ ਸੀ। ਅਸੀਂ ਨਹੇਮਜਾ 4:9 ਵਚਨ ਵਿੱਚ ਪੜ੍ਹਦੇ ਹਾਂ, ਪਰ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਰਹੇ ਅਤੇ ਉਹਨਾਂ ਦੇ ਕਾਰਨ ਆਪਣੇ ਲਈ ਦਿਨ ਰਾਤ ਉਹਨਾਂ ਦੇ ਵਿਰੁੱਧ ਪਹਿਰਾ ਦਿੰਦੇ ਰਹੇ। ਪਤਰਸ ਉਦੋਂ ਸੌ ਗਿਆ ਜਦੋਂ ਉਸ ਨੂੰ ਪ੍ਰਾਰਥਨਾ ਕਰਦੇ ਹੋਣਾ ਚਾਹੀਦਾ ਸੀ, ਜਦੋਂ ਉਸ ਨੂੰ ਜਾਗਦੇ ਹੋਣਾ ਚਾਹੀਦਾ ਸੀ। ਅਤੇ ਕੀ ਆਪ ਨੂੰ ਯਾਦ ਹੈ ਕਿ ਯਿਸੂ ਜੀ ਵਾਪਸ ਉਸ ਦੇ ਕੋਲ ਆਏ? ਉਸ ਨੇ ਆਖਿਆ, ਪਤਰਸ, ਕਿ ਤੂੰ 1 ਘੰਟਾ ਮੇਰੇ ਨਾਲ ਜਾਗ ਨਾ ਸਕਿਆ? ਜਦੋਂ ਪਤਰਸ ਸੋ ਗਿਆ, ਜਦੋਂ ਉਸ ਨੂੰ ਜਾਗਦੇ ਹੋਣਾ ਚਾਹੀਦਾ ਸੀ, ਇਸੇ ਹੀ ਸਮੇਂ ਉਹ ਮੁਸੀਬਤ ਵਿੱਚ ਫਸ ਗਿਆ ਸੀ। ਜੇਕਰ ਆਪ ਮਰਕਸ 14:29 ਨੂੰ ਪੜ੍ਹੋ ਤਦ ਆਪ ਜਾਣ ਜਾਓਗੇ ਉਸ ਮੁਸੀਬਤ ਦੇ ਬਾਰੇ ਜਿਸ ਵਿੱਚ ਪਤਰਸ ਪੈ ਗਿਆ ਸੀ, ਕਿਉਂਕਿ ਉਹ ਉਦੋਂ ਸੋ ਗਿਆ ਸੀ ਜਦੋਂ ਕਿ ਉਸ ਨੂੰ ਜਾਗਣਾ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਸੀ। ਜਦੋਂ ਵੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਅਸੀਂ ਮੁਸੀਬਤ ਵਿੱਚ ਫਸ ਜਾਂਦੇ ਹਾਂ। ਇਸ ਹਿੱਸੇ ਵਿੱਚ ਜਾਗਣ ਲਈ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਗ੍ਰੇਗਰੀਓ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਅਰਥ ਜਾਗਦੇ ਹੋਣਾ ਜਾਂ ਖਬਰਦਾਰ ਹੋਣਾ ਹੁੰਦਾ ਹੈ। ਇਸ ਦਾ ਅਰਥ ਰਾਖੀ ਕਰਨ ਲਈ ਜਾਗਦੇ ਰਹਿਣਾ ਹੁੰਦਾ ਹੈ। ਇਸ ਦਾ ਸੰਬੰਧ ਸੁਚੇਤ ਹੋਣ ਲਈ ਨਜ਼ਦੀਕੀ ਨਾਲ ਔ ਕਰਨਾ ਹੁੰਦਾ ਹੈ। ਇਸ ਦਾ ਅਰਥ ਆਤਮਿਕ ਤੌਰ ਤੇ ਖਬਰਦਾਰ ਰਹਿਣਾ ਅਤੇ ਰਾਖੀ ਰੱਖਣਾ ਹੁੰਦਾ ਹੈ। ਇਸ ਦਾ ਅਰਥ ਪ੍ਰਾਰਥਨਾ ਵਿੱਚ ਜਾਗਣਾ ਹੁੰਦਾ ਹੈ। ਇਸ ਦਾ ਅਰਥ ਠੀਕ ਢੰਗ ਨਾਲ ਪ੍ਰਾਰਥਨਾ ਕਰਨਾ ਹੁੰਦਾ ਹੈ। ਜ਼ਰੂਰੀ ਹੈ ਕਿ ਕੋਈ ਮਾਨਸਿਕ ਤੌਰ ਤੇ ਖਬਰਦਾਰ ਹੋਣਾ ਅਤੇ ਸੁਚੇਤ ਹੋ ਕੇ ਪ੍ਰਾਰਥਨਾ ਕਰਨਾ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਪ੍ਰਾਰਥਨਾ ਇੱਕ ਸੁਸਤ ਅਤੇ ਉਨੀਂਦਰੇ ਮਨ ਦੁਆਰਾ ਰੋਕੀ ਜਾਂਦੀ ਹੈ। ਮੈਂ ਆਪ ਨੂੰ ਕੁਝ ਕੁ ਉਹਨਾਂ ਯੁੱਧਾਂ ਬਾਰੇ ਦੱਸ ਦੇਵਾਂ ਜੋ ਮੈਂ ਇਸ ਵਿੱਚ ਪਾਇਆ ਹੈ। ਮੈਂ ਇਸ ਦੇ ਦੁਆਰਾ ਬਹੁਤ ਜ਼ਿਆਦਾ ਧਮਕਾਇਆ ਜਾਂਦਾ ਹਾਂ। ਮਹਿਸੂਸ ਕਰਦਾ ਹੁੰਦਾ ਸੀ ਕਿ ਮੈਂ ਆਪਣੇ ਪ੍ਰਾਰਥਨਾ ਦੇ ਸਮੇਂ ਵਿੱਚ ਆਪਣੇ ਅਧਿਐਨ ਵਿੱਚ ਲੱਗ ਜਾਂਦਾ ਸੀ ਅਤੇ ਗੋਡੇ ਟੇਕਦਾ, ਅਤੇ ਇਸ ਤੋਂ ਪਹਿਲਾਂ ਕਿ ਮੈਂ ਜਾਣ ਲੈਂਦਾ ਕਿ ਮੈਂ ਤਾਂ ਪ੍ਰਭੂ ਵਿੱਚ ਵਿਸ਼ਰਾਮ ਕਰ ਰਿਹਾ ਸੀ। ਕਿ ਆਪ ਜਾਣਦੇ ਹੋ ਕਿ ਮੇਰਾ ਕੀ ਭਾਵ ਹੈ। ਮੈਂ ਇਹ ਆਖਿਆ ਕਿ ਮੈਂ ਇੱਕ ਬਿਹਤਰ ਚੱਲਣ ਫਿਰਨ ਵਾਲਾ ਸੀ। ਮੈਂ ਬੜੀ ਮਿਹਨਤ ਨਾਲ ਲੰਬੇ ਸਮੇਂ ਤੋਂ ਇੱਕ ਐਤ ਦੀ ਭਾਲ ਕਰ ਰਿਹਾ ਸੀ ਜੋ ਇਹ ਆਖਦੀ ਹੋਵੇ ਕਿ ਚੱਲੋ ਫਿਰੋ ਅਤੇ ਪ੍ਰਾਰਥਨਾ ਕਰੋ। ਮੈਂ ਸੋਚਦਾ ਹਾਂ ਕਿ ਪ੍ਰਭੂ ਇਹ ਜਾਣਦਾ ਹੈ, ਕਿਉਂਕਿ ਮੈਂ ਉਹ ਚਾਹੁੰਦਾ ਹਾਂ ਕਿ ਮੈਂ ਸੁਚੇਤ ਹੋਵਾਂ। ਮੈਂ ਚੱਲਦਾ ਫਿਰਦਾ ਅਤੇ ਪ੍ਰਭੂ ਨਾਲ ਗੱਲਾਂ ਕਰਦਾ ਹਾਂ। ਕਦੇ-ਕਦੇ ਮੈਂ ਸਰੀਰਕ ਤੌਰ ਤੇ ਬਹੁਤ ਹੀ ਉਦਾਸ ਹੋ ਜਾਂਦਾ ਹਾਂ। ਆਪ ਆਖਦੇ ਹੋ, ਜੀ ਹਾਂ, ਕਿ ਇਹ ਠੀਕ ਹੈ। ਬਿਲਕੁਲ, ਇਹ ਤਾਂ ਠੀਕ ਹੀ ਹੈ। ਆਪ ਜੋ ਹੀ ਇਸ ਵਾਸਤੇ ਕਰਦੇ ਹੋ, ਇਹ ਨਿਸ਼ਚਿਤ ਕਰਨ ਲਈ ਕਿ ਆਪ ਜਾਗੋ ਅਤੇ ਪ੍ਰਾਰਥਨਾ ਕਰੋ ਜੋ ਆਪ ਨੂੰ ਸੁਚੇਤ ਰੱਖਦਾ ਹੈ।
ਅਸਲ ਸਮੱਸਿਆ ਵਿੱਚੋਂ ਇੱਕ ਜੋ ਜ਼ਿਆਦਾਤਰ ਮਸੀਹੀ ਆਪਣੇ ਪ੍ਰਾਰਥਨਾ ਦੇ ਸਮੇਂ ਵਿੱਚ ਰੱਖਦੇ ਹਨ, ਉਹ ਇਹ ਹੈ ਕਿ ਉਹ ਆਪਣੇ ਮਨਾਂ ਨੂੰ ਇੱਧਰ ਉੱਧਰ ਘੁਮਾ ਰਹੇ ਪਾਉਂਦੇ ਹਨ। ਉਹ ਆਪਣੇ ਆਪ ਨੂੰ ਪ੍ਰਾਰਥਨਾ ਵਿੱਚ ਪਾਉਂਦੇ ਹਨ ਅਤੇ ਪ੍ਰਾਰਥਨਾ ਕਰਨਾ ਆਰੰਭ ਕਰਦੇ ਹਨ, ਅਤੇ ਅਚਾਨਕ ਹੀ ਉਹ ਆਪਣੇ ਆਪ ਨੂੰ ਕਿਧਰੇ ਹੋਰ ਹੀ ਘੁੰਮਦੇ ਪਾਉਂਦੇ ਹਨ। ਆਪ ਕਰੀਬ ਇਹ ਆਖਦੇ ਮਹਿਸੂਸ ਕਰਦੇ ਹੋ, ਹੇ ਪਰਮੇਸ਼ਰ ਮੈਨੂੰ ਮਾਫ ਕਰ, ਮੈਂ ਦੁਬਾਰਾ ਫਿਰ ਇਹੋ ਹੀ ਕੀਤਾ ਹੈ। ਇਸ ਵਾਰ ਮੈਂ ਆਪ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਤਾਂ ਕਿਸੇ ਨਾਲ ਗੱਲ ਕਰਨ ਦੀ ਤਰ੍ਹਾਂ ਹੀ ਹੁੰਦਾ ਹੈ, ਅਤੇ ਗੱਲ ਕਰਦੇ ਕਦੇ ਉਹਨਾਂ ਨੂੰ ਕਿੱਧਰ ਹੋਰ ਹੀ ਗੱਲ ਕਰਦਿਆਂ ਪਾਉਣਾ। ਅਸੀਂ ਸਾਰੇ ਹੀ ਇਹ ਕਰ ਚੁੱਕੇ ਹਾਂ, ਅਤੇ ਇਹ ਜ਼ਿਆਦਾ ਆਦਰ ਭਰਿਆ ਨਹੀਂ ਹੁੰਦਾ। ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਦ ਪਰਮੇਸ਼ਰ ਸਾਡੇ ਨਾਲ ਪ੍ਰਸੰਨ ਨਹੀਂ ਹੁੰਦਾ, ਅਤੇ ਇਸ ਤਰ੍ਹਾਂ ਅਸੀਂ ਕਾਫੀ ਗੰਭੀਰ ਹੋਣ ਲਈ ਜੋ ਕੁਝ ਵੀ ਕਰਨਾ ਹੈ, ਤਾਂ ਕਿ ਪ੍ਰਾਰਥਨਾ ਕਰਦੇ ਵਕਤ ਅਸੀਂ ਆਪਣੇ ਮਨਾਂ ਨੂੰ ਸੁਚੇਤ ਰੱਖੀਏ। ਸਾਨੂੰ ਇਹ ਕਰਨਾ ਪੈਣਾ ਹੈ। ਕੁਲਸੀਆਂ 4 ਅਧਿਆਇ 2 ਦੇ ਵਚਨ ਹਨ, ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ। ਦੂਸਰੇ ਸ਼ਬਦਾਂ ਵਿੱਚ, ਪ੍ਰਾਰਥਨਾ ਕਰਦੇ ਵਕਤ ਸੁਚੇਤ ਰਹੋ। ਛੇਵੀਂ ਗੱਲ, ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਇਹ ਛੇਵਾਂ ਨਿਯਮ ਹੈ ਯੋਧੇ ਦੀ ਪ੍ਰਾਰਥਨਾ ਦਾ ਧੀਰਜ। ਉਹ ਆਖਦਾ ਹੈ, ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ, ਅਤੇ ਇਹਦੇ ਨਿਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀਆਂ ਨਾਲ ਜਾਗਦੇ ਰਹੋ। ਰੋਮੀਓ 12 ਅਧਿਆਇ 12 ਦੇ ਵਚਨ ਹਨ, ਆਸਾਂ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ। ਇਸ ਦਾ ਅਰਥ ਹੁੰਦਾ ਹੈ ਕਿ ਜਦੋਂ ਪ੍ਰਾਰਥਨਾ ਦੀ ਗੱਲ, ਤਦ ਸਾਨੂੰ ਮਜ਼ਬੂਤ ਹੋਣਾ ਪੈਣਾ ਹੈ। ਸਾਨੂੰ ਨਿਰਾਸ਼ਾ ਦੇ ਅਧੀਨ ਨਹੀਂ ਹੋਣਾ ਚਾਹੀਦਾ, ਦੂਸਰੀਆਂ ਗੱਲਾਂ ਦੇ ਦੁਆਰਾ ਦਬਾਅ ਵਿੱਚ ਚਲੇ ਜਾਣਾ, ਨਹੀਂ ਤਾਂ ਅਸੀਂ ਹੌਸਲਾ ਛੱਡ ਦਿੰਦੇ ਹਾਂ। ਬਿਲਕੁਲ ਪ੍ਰਾਰਥਨਾ ਕਰਨਾ ਕਦੇ ਵੀ ਨਾ ਛੱਡੋ। ਜਦੋਂ ਆਪ ਥੋੜ੍ਹੇ ਜਿਹੇ ਸਮੇਂ ਲਈ ਉਸ ਨੂੰ ਕਰਨਾ ਛੱਡ ਦਿਓ, ਤਦ ਇਸ ਨੂੰ ਫਿਰ ਦੁਬਾਰਾ ਕਰਨਾ ਆਰੰਭ ਕਰੋ, ਕਿਉਂਕਿ ਜੇਕਰ ਆਪ ਇਸ ਤਰ੍ਹਾਂ ਨਹੀਂ ਕਰਦੇ ਤਦ ਆਪ ਮੁਸੀਬਤ ਵੱਲ ਵੱਧ ਰਹੇ ਹੋ। ਪ੍ਰਾਰਥਨਾ ਕਦੇ ਵੀ ਕੁਝ ਅਜਿਹੀ ਚੀਜ਼ ਨਹੀਂ ਹੁੰਦੀ ਜਿਸ ਨੂੰ ਆਪਣੇ ਆਪ ਹੀ ਕਰਨ ਲੱਗ ਜਾਈਏ, ਜਦੋਂ ਤੱਕ ਆਪ ਸਾਲਾਂ ਬੱਧੀ ਪ੍ਰਭੂ ਦੇ ਨਾਲ ਨਾਲ ਨਹੀਂ ਚੱਲਦੇ, ਅਤੇ ਇਹ ਇਸ ਤਰ੍ਹਾਂ ਦਾ ਆਪ ਲਈ ਦੂਸਰਾ ਸੁਭਾਅ ਨਹੀਂ ਬਣ ਜਾਂਦਾ। ਸਾਡੇ ਵਿੱਚੋਂ ਜ਼ਿਆਦਾਤਰ ਅਜੇ ਵੀ ਇੱਥੇ ਨਹੀਂ ਪਹੁੰਚੇ ਹਨ। ਪ੍ਰਾਰਥਨਾ ਅਜੇ ਵੀ ਇੱਕ ਨਿੱਜੀ ਅਨੁਸ਼ਾਸਨ ਹੈ। ਸਾਨੂੰ ਅਜੇ ਵੀ ਪਵਿੱਤਰ ਹੋਣ ਲਈ ਸਮਾਂ ਬਿਤਾਉਣਾ ਹੈ। ਸਾਨੂੰ ਅਜੇ ਵੀ ਈਸ਼ਵਰਤਾਈ ਲਈ ਆਪਣੇ ਆਪ ਨੂੰ ਅਭਿਆਸ ਕਰਨ ਵਿੱਚ ਲਗਾਉਣਾ ਹੈ। ਇਹ ਬਾਈਬਲ ਦਾ ਭਾਗ ਜੋ ਆਖਦਾ ਹੈ ਉਹ ਇਹ ਹੈ, ਜਿਉਂ-ਜਿਉਂ ਅਸੀਂ ਇਸ ਦੇ ਮਹੱਤਵ ਨੂੰ ਸਮਝਦੇ ਹਾਂ, ਤਦ ਭਾਵੇਂ ਇਸ ਵਿੱਚ ਕੁਝ ਵੀ ਹੋਵੇ ਜਾਂ ਫਿਰ ਇਸ ਨੂੰ ਕਿਵੇਂ ਵੀ ਕਰੀਏ, ਅਸੀਂ ਧੀਰਜਵਾਨ ਹੋਣ ਜਾ ਰਹੇ ਹਾਂ ਅਤੇ ਇਸ ਦੇ ਪਿੱਛੇ ਲੱਗੇ ਰਹਿੰਦੇ ਹਾਂ। ਕਿਉਂਕਿ ਜੇਕਰ ਅਸੀਂ ਇਹ ਨਹੀਂ ਕਰਦੇ ਤਦ ਅਸੀਂ ਉਸ ਯੁੱਧ ਵਿੱਚ ਸ਼ਿਕਾਰ ਹੋ ਜਾਵਾਂਗੇ। ਤੁਹਾਡੇ ਵਿੱਚੋਂ ਕੁਝ ਕੁ ਅੱਜ ਤੁਹਾਡੇ ਪ੍ਰਾਰਥਨਾ ਦੇ ਜੀਵਨ ਕਰਕੇ ਨਿਰਾਸ਼ ਹਨ। ਦੋ ਗੱਲਾਂ ਹਨ ਜੋ ਸ਼ੈਤਾਨ ਆਪ ਨੂੰ ਆਪ ਦੇ ਪ੍ਰਾਰਥਨਾ ਦੇ ਜੀਵਨ ਬਾਰੇ ਆਖੇਗਾ। ਨੰਬਰ 1, ਜੇਕਰ ਆਪ ਨੇ 2 ਭਲੇ ਦਿਨ ਪਾਏ ਹਨ, ਤਦ ਉਹ ਆਪ ਤੋਂ ਇਹ ਵਿਸ਼ਵਾਸ ਕਰਾਉਣ ਦੀ ਕੋਸ਼ਿਸ਼ ਕਰੇਗਾ ਕਿ ਆਪ ਦੇ ਬਾਕੀ ਜੀਵਨ ਲਈ ਇਸੇ ਤਰ੍ਹਾਂ ਹੀ ਹੋਵੇਗਾ। ਨੰਬਰ 2, ਫਿਰ ਤੀਸਰੇ ਦਿਨ ਜਦੋਂ ਤੁਸੀਂ ਇਹ ਕੰਮ ਨਹੀਂ ਕਰੋਗੇ ਤਦ ਉਹ ਵਾਪਸ ਆ ਕੇ ਆਖੇਗਾ, ਜੀ ਹਾਂ, ਆਪ ਇਸ ਨੂੰ ਹੁਣ ਉਡਾ ਚੁੱਕੇ ਹੋ, ਹੁਣ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸ਼ੈਤਾਨ ਤੁਹਾਤੋਂ ਇਹ ਵਿਸ਼ਵਾਸ ਕਰਾਉਣ ਵਿੱਚ ਮਾਹਿਰ ਹੈ, ਕਿਉਂਕਿ ਆਪ ਨੇ ਪ੍ਰਾਰਥਨਾ ਦਾ ਇੱਕ ਦਿਨ ਛੱਡ ਦਿੱਤਾ ਹੈ। ਇਸ ਕਰਕੇ ਹੁਣ ਤੁਸੀਂ ਆਪਣੀ ਪ੍ਰਾਰਥਨਾ ਦੀ ਸੇਵਕਾਈ ਨਹੀਂ ਕਰ ਸਕਦੇ। ਮੈਂ ਤੁਹਾਨੂੰ ਕੁਝ ਕੁ ਦੱਸ ਦੇਵਾਂ। ਤੁਹਾਨੂੰ ਧੀਰਜ ਦੀ ਲੋੜ ਹੈ। ਜੇਕਰ ਆਪ ਨੇ ਕੱਲ ਪ੍ਰਾਰਥਨਾ ਨਹੀਂ ਕੀਤੀ ਤਦ ਆਪ ਅੱਜ ਪ੍ਰਾਰਥਨਾ ਕਰੋ। ਜੇਕਰ ਆਪ ਨੇ ਪਿਛਲਾ ਸਾਰਾ ਹਫ਼ਤਾ ਪ੍ਰਾਰਥਨਾ ਨਹੀਂ ਕੀਤੀ ਸੀ ਤਦ ਅੱਜ ਹੀ ਆਰੰਭ ਕਰ ਦੇਵੋ। ਇਹੋ ਹੀ ਹੈ ਜਿਸ ਬਾਰੇ ਉਹ ਗੱਲ ਕਰ ਰਿਹਾ ਹੈ। ਇਹ ਆਪ ਦੇ ਬਚੇ ਰਹਿਣਾ ਆਪ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ। ਆਪ ਇਸ ਨੂੰ ਆਪ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੋਣ ਦੇ ਸਕਦੇ। ਨੰਬਰ 7, ਯੋਧੇ ਦੀ ਪ੍ਰਾਰਥਨਾ ਦਾ ਉਦੇਸ਼। ਅੱਗੇ ਯੋਧੇ ਦੀ ਪ੍ਰਾਰਥਨਾ ਦੇ ਉਦੇਸ਼ ਉੱਤੇ ਗੌਰ ਕਰੋ। ਇਹ ਇਸ ਤਰ੍ਹਾਂ ਹੈ, ਸਾਰੀ ਪ੍ਰਾਰਥਨਾ ਅਤੇ ਬੇਨਤੀਆਂ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ, ਅਤੇ ਇਹਦੇ ਵਿੱਚ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀਆਂ ਨਾਲ ਜਾਗਦੇ ਰਹੋ। ਸਾਰੇ ਸੰਤਾਂ ਲਈ ਅਤੇ ਮੇਰੇ ਲਈ ਇੱਥੇ ਆਖਿਆ ਗਿਆ ਹੈ। ਕੀ ਇਹ ਰੋਚਕ ਗੱਲ ਨਹੀਂ ਹੈ ਜੋ ਪੌਲੁਸ ਨੇ ਇੱਥੇ ਆਖੀ ਸੀ ਕਿ ਜਦੋਂ ਆਪ ਪ੍ਰਾਰਥਨਾ ਕਰੋ ਤਦ ਆਪ ਦੇ ਪ੍ਰਾਰਥਨਾ ਕਰਨ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਜ਼ਰੂਰੀ ਹੈ ਆਪ ਦੂਸਰਿਆਂ ਲਈ ਪ੍ਰਾਰਥਨਾ ਕਰੋ। ਜਦੋਂ ਮੈਂ ਇਹ ਪੜ੍ਹਦਾ ਹਾਂ ਮੈਨੂੰ ਇਹ ਯਾਦ ਕਰਾਇਆ ਜਾਂਦਾ ਹੈ, ਨਵੇਂ ਨੇਮ ਵਿੱਚ ਸੰਤ ਸ਼ਬਦ ਹਮੇਸ਼ਾ ਹੀ ਬਹੁ ਵਚਨ ਵਿੱਚ ਆਉਂਦਾ ਹੈ। ਇਹ ਕਦੇ ਇੱਕ ਵਚਨ ਵਿੱਚ ਨਹੀਂ ਆਉਂਦਾ। ਕਿ ਆਪ ਜਾਣਦੇ ਸੀ, ਜਿੱਥੋਂ ਤੱਕ ਕਲੀਸਿਆ ਦਾ ਸੰਬੰਧ ਹੈ, ਪਰਮੇਸ਼ਰ ਕਦੇ ਵੀ ਸੰਤ ਵੱਲ ਨਿੱਜੀ ਤੌਰ ਤੇ ਨਹੀਂ ਤੱਕਦਾ, ਉਹ ਸਮੂਹਿਕ ਤੌਰ ਤੇ ਹੀ
ਸਾਡੇ ਵੱਲ ਤੱਕਦਾ ਹੈ। ਇਹ ਸ਼ਬਦ ਇੱਕ ਬਹੁ ਵਚਨ ਹੈ। ਸਾਡੀ ਪ੍ਰਾਰਥਨਾ ਦਾ ਉਦੇਸ਼ ਇਹ ਹੈ ਕਿ ਅਸੀਂ ਜ਼ਰੂਰੀ ਸਾਰੇ ਸੰਤਾਂ ਨੂੰ ਯਾਦ ਕਰੀਏ। ਅਸਾਂ ਨੂੰ ਮੇਰੇ ਪਿਤਾ ਕਹਿ ਕੇ ਪ੍ਰਾਰਥਨਾ ਕਰਨਾ ਨਹੀਂ ਸਿਖਾਇਆ ਗਿਆ ਹੈ। ਸਾਨੂੰ ਇਸ ਤਰ੍ਹਾਂ ਕਹਿ ਕੇ ਪ੍ਰਾਰਥਨਾ ਕਰਨਾ ਸਿਖਾਇਆ ਗਿਆ ਹੈ, ਹੇ ਸਾਡੇ ਪਿਤਾ ਤੂੰ ਜੋ ਸਵਰਗ ਵਿੱਚ ਹੈ। ਅਯੂਬ 42 ਦੇ ਆਏ 10 ਦੇ ਵਚਨ ਹਨ, ਮੈਨੂੰ ਬਹੁਤ ਪਸੰਦ ਹਨ। ਮੈਂ ਇਸੇ ਹਫ਼ਤੇ ਹੀ ਇਹ ਜਾਣਿਆ ਸੀ। ਮੈਂ ਘੱਟੋ ਘੱਟ ਇਸ ਭਾਗ ਨੂੰ ਇਸ ਨੂੰ ਕਦੇ ਨਹੀਂ ਸੀ ਪਹਿਲੇ ਵੇਖਿਆ। ਇਸ ਐ ਦੇ ਵਚਨ ਸੁਣੋ, ਜਦੋਂ ਅਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾ ਨੇ ਅਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ। ਕੀ ਇਹ ਇੱਕ ਰੋਚਕ ਵਿਚਾਰ ਨਹੀਂ ਹੈ? ਪਰਮੇਸ਼ਰ ਨੇ ਅਯੂਬ ਦੇ ਫਤਿਹ ਉਸ ਲਈ ਉਦੋਂ ਜਿੱਤੀ ਸੀ ਜਦੋਂ ਅਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਸੀ। ਬਾਈਬਲ ਆਖਦੀ ਹੈ ਕਿ ਸਾਡੇ ਪ੍ਰਾਰਥਨਾ ਕਰਨ ਦਾ ਉਦੇਸ਼ ਇੱਕ ਦੂਸਰੇ ਲਈ ਬੇਨਤੀ ਕਰਨਾ ਹੈ। ਮੈਂ ਪੱਤਰੀਆਂ ਨੂੰ ਪੜ੍ਹਿਆ ਹੈ। ਮੇਰੀ ਖੁਆਇਸ਼ ਸੀ ਕਿ ਮੇਰੇ ਕੋਲ ਇਹਨਾਂ ਨੂੰ ਪੜ੍ਹਨ ਲਈ ਸਮਾਂ ਹੁੰਦਾ, ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਜੇਕਰ ਆਪ ਲਿਖ ਰਹੇ ਹੋ ਤਦ ਆਪ ਇਸ ਨੂੰ ਲਿਖ ਲਵੋ ਅਤੇ ਆਪਣੇ ਲਈ ਆਪ ਪੜ੍ਹੋ। ਇਹ ਜ਼ਰੂਰ ਜਾਣੋ ਕਿ ਇਹ ਦੂਸਰਿਆਂ ਲਈ ਪ੍ਰਾਰਥਨਾ ਕਰਨਾ ਕਿਵੇਂ ਸਿਖਾਈਦਾ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਕਿਵੇਂ ਕਰੀਦਾ ਹੈ। ਪਲੂਸ ਦੀਆਂ ਪੱਤਰੀਆਂ ਨਾਲ ਆਰੰਭ ਕਰੋ ਅਤੇ ਉਹਨਾਂ ਸਾਰਿਆਂ ਨੂੰ ਉਦੋਂ ਤੱਕ ਪੜ੍ਹੋ ਜਦੋਂ ਆਪ ਉਸ ਦੀਆਂ ਪ੍ਰਾਰਥਨਾਵਾਂ ਨਾਲ ਮਿਲ ਨਾ ਜਾਵੋ। ਜਦੋਂ ਤੁਹਾਨੂੰ ਪਲੂਸ ਦੀਆਂ ਪ੍ਰਾਰਥਨਾ ਮਿਲ ਜਾਣ ਤਦ ਬਸ ਰੁਕ ਜਾਵੋ ਅਤੇ ਉਹਨਾਂ ਦੇ ਹੇਠਾਂ ਨਿਸ਼ਾਨੀਆਂ ਲਗਾ ਲਵੋ ਅਤੇ ਆਪਣੇ ਆਪ ਨੂੰ ਇਹ ਸਵਾਲ ਕਰੋ, ਜਦੋਂ ਪਲੂਸ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਸੀ ਤਦ ਉਸ ਨੇ ਕੀ ਪ੍ਰਾਰਥਨਾ ਕੀਤੀ ਸੀ? ਮੈਂ ਆਪ ਨੂੰ ਦੱਸ ਦੇਵਾਂ ਕਿ ਮੈਂ ਕੀ ਲੱਭਿਆ ਹੈ। ਇਫਸੀਆਂ 1 ਦੇ 18-19 ਵਚਨ ਵਿੱਚ ਇਸ ਤਰ੍ਹਾਂ ਹੈ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਬੁੱਧ ਅਤੇ ਸ਼ਕਤੀ ਪਾਉਣ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਅੰਦਰਲੀ ਇਨਸਾਨੀਅਤ ਵਿੱਚ ਸਾਮਰਥ ਨਾਲ ਬਲਵੰਤ ਹੋਣ। ਇਫਸੀਆਂ 3 ਦੇ 16 ਤੇ 19 ਵਚਨ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਸਮਝ ਪਾਉਣ। ਇਹ ਇੱਕ ਅੱਛੀ ਪ੍ਰਾਰਥਨਾ ਹੈ। ਫਿਲਿੱਪੀਆਂ 1 ਦੇ 9 ਤੇ 11 ਵਚਨ। ਇਹ ਇੱਕ ਇਹੋ ਜਿਹੀ ਬੇਨਤੀ ਹੈ ਕਿ ਜੇਕਰ ਅਸੀਂ ਸਾਰੇ ਇਸ ਜ਼ਰੂਰਤ ਹੋਣ ਲਈ ਜਾਣਦੇ ਹਾਂ ਤਦ ਅਸੀਂ ਜਲਦੀ ਹੀ ਇਸ ਦੀ ਜ਼ਰੂਰਤ ਨੂੰ ਜਾਣ ਲਵਾਂਗੇ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਕੁਲਸੇ ਦੇ ਲੋਕ ਪਰਮੇਸ਼ਰ ਦੀ ਇੱਛਾ ਦਾ ਗਿਆਨ ਪਾਉਣ। ਇਹ ਜ਼ਰੂਰ ਜਾਣ ਲੈਣ ਕਿ ਪਰਮੇਸ਼ਰ ਦੀ ਇੱਛਾ ਕੀ ਹੈ। ਕਿ ਕਦੇ ਆਪ ਨੂੰ ਇਸ ਦੀ ਜ਼ਰੂਰਤ ਹੈ? ਪਾਲੂਸ ਨੇ ਇਹ ਪ੍ਰਾਰਥਨਾ ਕੀਤੀ ਸੀ ਕਿ ਕੁਲਸੇ ਦੇ ਵਿਸ਼ਵਾਸੀ ਜ਼ਰੂਰ ਪਰਮੇਸ਼ਰ ਦੀ ਇੱਛਾ ਨੂੰ ਜਾਣ ਲੈਣ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਜ਼ਰੂਰ ਇੱਕ ਦੂਸਰੇ ਲਈ ਪਿਆਰ ਵਿੱਚ ਵਧੇ ਰਹਿਣ। ਪਹਿਲਾ ਤੁਸਨਿਲਿਕੀਆਂ 3 ਦੇ 10 ਤੇ 13 ਵਚਨ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਹ ਆਪਣੇ ਬੁਲਾਵੇ ਦੇ ਯੋਗ ਹੋਣ। ਦੂਸਰਾ ਤੁਸਨਿਲਿਕੀਆਂ 1 ਦੇ 11 ਤੇ 12 ਵਚਨ। ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ਦਿਲਾਸਾ ਪਾਉਣ ਅਤੇ ਸਥਿਰ ਹੋਣ। ਦੂਸਰਾ ਤਸਨਿਲਿਕੀਆਂ 2 ਦੇ 16 ਤੇ 17 ਵਚਨ। ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ਪਰਮੇਸ਼ਰ ਦੇ ਪ੍ਰੇਮ ਵਿੱਚ ਸਥਿਰ ਹੋਣ। ਦੂਸਰਾ ਤਸਨਿਲਿਕੀਆਂ 3 ਦੇ 5 ਵਚਨ। ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ਇੱਕ ਸ਼ਾਂਤ ਅਤੇ ਮੇਲ ਮਿਲਾਪ ਵਾਲਾ ਜੀਵਨ ਪਾਉਣ। ਪਹਿਲਾ ਤਮੋਥਿਉਸ 2 ਅਧਿਆਇ 1 ਤੇ 2 ਵਚਨ। ਉਸ ਨੇ ਪ੍ਰਾਰਥਨਾ ਕੀਤੀ ਕਿ ਉਹ ਉਸ ਸਭ ਨੂੰ ਪਛਾਣ ਲੈਣ ਜੋ ਮਸੀਹ ਵਿੱਚ ਉਹਨਾਂ ਕੋਲ ਹੈ। ਫਿਲੇਮੋਨ 6 ਐਤ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਪਰਮੇਸ਼ਰ ਭਿਨਾਂ ਵਿੱਚ ਉਹ ਭਲੀ ਇੱਛਾ ਲਈ ਕਾਰਜ ਕਰੇ ਜੋ ਉਸ ਨੂੰ ਪਾਉਂਦੀ ਹੈ। ਇਬਰਾਨੀਆਂ 13 ਅਧਿਆਇ 20 ਤੇ 21 ਵਚਨ। ਹੁਣ ਉਹ ਸਾਰੀਆਂ ਚੀਜ਼ਾਂ ਸਾਨੂੰ ਆਤਮਿਕ ਜਾਪਦੀਆਂ ਹਨ। ਇਹ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਅਸੀਂ ਆਸ ਕਰਦੇ ਪ੍ਰਾਰਥਨਾ ਨਹੀਂ ਕਰਦੇ। ਅਸੀਂ ਕਿਹਦੇ ਲਈ ਪ੍ਰਾਰਥਨਾ ਕਰਦੇ ਹਾਂ? ਉਸ ਨੂੰ ਚੰਗਿਆਈ ਦੇ, ਉਸ ਨੂੰ ਅੱਛੀਆਂ ਬਰਕਤਾਂ ਦੇ, ਉਹਨਾਂ ਦੀ ਮਦਦ ਕਰ, ਉਸ ਨੂੰ ਚੰਗੀ ਨੌਕਰੀ ਮਿਲਣ। ਇਹ ਸਾਰੀਆਂ ਪ੍ਰਾਰਥਨਾ ਅਸੀਂ ਕਰਦੇ ਹਾਂ। ਸਾਡੀਆਂ ਸਾਰੀਆਂ ਪ੍ਰਾਰਥਨਾ ਭੌਤਿਕ ਹੁੰਦੀਆਂ ਹਨ। ਜਦੋਂ ਆਪ ਪਲੂਸ ਦੀਆਂ ਪ੍ਰਾਰਥਨਾ ਨੂੰ ਪੜ੍ਹਦੇ ਹੋ ਤਦ ਵੇਖੋ ਕਿ ਉਸ ਨੇ ਮਹੱਤਵਪੂਰਨ ਚੀਜ਼ਾਂ ਲਈ ਪ੍ਰਾਰਥਨਾ ਕੀਤੀ ਸੀ। ਉਸ ਨੇ ਇਹ ਪ੍ਰਾਰਥਨਾ ਕੀਤੀ ਸੀ ਕਿ ਜੋ ਮਸੀਹੀ ਲੋਕਾਂ ਨੂੰ ਜਾਣਦਾ ਸੀ ਅਤੇ ਪਿਆਰ ਕਰਦਾ ਸੀ ਉਹ ਪਰਮੇਸ਼ਰ ਦੀ ਇੱਛਾ ਨੂੰ ਸਮਝਣ। ਉਸ ਨੇ ਇਹ ਪ੍ਰਾਰਥਨਾ ਕੀਤੀ ਸੀ ਕਿ ਉਹ ਸਿੱਖਣ ਕਿ ਕਿਵੇਂ ਇੱਕ ਦੂਸਰੇ ਨੂੰ ਬਿਹਤਰ ਪਿਆਰ ਕਰੀਦਾ ਹੈ। ਉਸ ਨੇ ਇਹ ਪ੍ਰਾਰਥਨਾ ਕੀਤੀ ਸੀ ਕਿ ਉਹ ਆਪਣੇ ਆਲੇ ਦੁਆਲੇ ਵਰਤਣ ਵਾਲੀਆਂ ਗੱਲਾਂ ਨੂੰ ਸਮਝਣ। ਇਸੇ ਤਰ੍ਹਾਂ ਸਾਨੂੰ ਵੀ ਇੱਕ ਦੂਸਰੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮਨੁੱਖੋ ਅਤੇ ਔਰਤੋ, ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਔਰ ਮੇਰੇ ਲਈ ਪ੍ਰਾਰਥਨਾ ਵਿੱਚ ਬਣੇ ਰਹੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਉਸੇ ਤਰ੍ਹਾਂ ਪ੍ਰਾਰਥਨਾ ਕਰੋ ਜਿਸ ਤਰ੍ਹਾਂ ਪਲੂਸ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਸੀ। ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਸਮਝ ਦੇਵੇ। ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਉਸ ਦੀ ਇੱਛਾ ਨੂੰ ਸਮਝਣ ਵਿੱਚ ਮੇਰੀ ਮਦਦ ਕਰੇ। ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਉਸ ਬੁਲਾਵੇ ਦੇ ਯੋਗ ਬਣਾਏ ਜੋ ਉਸ ਨੇ ਯਿਸੂ ਮਸੀਹ ਦੀ ਸੇਵਾ ਵਿੱਚ ਮੈਨੂੰ ਦਿੱਤਾ ਹੈ। ਇਹ ਸਭ ਉਹ ਚੀਜ਼ਾਂ ਹਨ ਜਿਨ੍ਹਾਂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਸ ਤਰ੍ਹਾਂ ਇੱਕ ਦੂਸਰੇ ਲਈ ਪ੍ਰਾਰਥਨਾ ਕਰੀਏ ਤਾਂ ਇਸ ਦਾ ਸਿੱਖਾ ਨਤੀਜਾ, ਜੇਕਰ ਇਸ ਕਾਰਜ ਕਰਦੇ ਹਾਂ ਜਿਵੇਂ ਕਿ ਫੌਜ ਵਿੱਚ ਹਰੇਕ ਨੂੰ ਕਰਨਾ ਚਾਹੀਦਾ ਹੈ ਕਿ ਫੌਜ ਵਿੱਚ ਹਰੇਕ ਦੂਸਰਿਆਂ ਲਈ ਪ੍ਰਾਰਥਨਾ ਕਰਦਾ ਹੈ ਅਤੇ ਜਦੋਂ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਲਈ ਪ੍ਰਾਰਥਨਾ ਨਾ ਕਰ ਰਿਹਾ ਹੋਵਾਂ
ਫਿਰ ਵੀ ਮੈਨੂੰ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੋਣਾ ਚਾਹੀਦਾ ਹੈ। ਪਰ ਮੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ। ਅਸੀਂ ਸਾਰੇ ਪ੍ਰਾਰਥਨਾ ਦੀ ਬਰਕਤ ਨੂੰ ਪਾ ਰਹੇ ਹਾਂ, ਜਿਉਂ-ਜਿਉਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਲਈ ਫਤਿਹ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਰਜ ਡੈਨਫੀਲਡ ਨੇ ਆਪਣੇ ਪ੍ਰਸਿੱਧ ਖੁਸ਼ਖਬਰੀ ਦੇ ਭਜਨ ਨੂੰ ਲਿਖਦਿਆਂ ਇਸ ਭਾਗ ਨੂੰ ਸਮਝਣ ਦੀ ਇੱਕ ਕੁੰਜੀ ਸਾਡੇ ਲਈ ਪੇਸ਼ ਕੀਤੀ ਸੀ। ਅਸੀਂ ਅਕਸਰ ਹੀ ਇਸ ਨੂੰ ਗਾਉਂਦੇ ਹਾਂ, ਪਰ ਸ਼ਾਇਦ ਅਸੀਂ ਕਦੇ ਵੀ ਇਸ ਨੂੰ ਬਾਈਬਲ ਬਾਣੀ ਦੇ ਇਸ ਭਾਗ ਦੀ ਰੌਸ਼ਨੀ ਵਿੱਚ ਨਹੀਂ ਤੱਕਿਆ। ਉਸਨੇ ਇਸ ਤਰ੍ਹਾਂ ਲਿਖਿਆ ਸੀ, ਯਿਸੂ ਲਈ ਖੜੇ ਹੋਵੋ, ਯਿਸੂ ਲਈ ਖੜੇ ਹੋਵੋ, ਸਿਰਫ ਉਸੇ ਦੀ ਸ਼ਕਤੀ ਵਿੱਚ। ਸਰੀਰ ਦਾ ਹਥਿਆਰ ਅਸਫਲ ਹੋਵੇਗਾ, ਖੁਦ ਵਿੱਚ ਭਰੋਸਾ ਰੱਖਣ ਦਾ ਹੌਸਲਾ ਨਾ ਕਰੋ। ਅੱਗੇ ਗੌਰ ਨਾਲ ਸੁਣੋ, ਖੁਸ਼ਖਬਰੀ ਦੇ ਸ਼ਸਤਰ ਪਹਿਨੋ, ਹਰ ਇੱਕ ਵਸਤਰ ਪ੍ਰਾਰਥਨਾ ਕਰਕੇ ਪਹਿਨੋ, ਜਿੱਥੇ ਫਰਜ਼ ਨੂੰ ਨਿਭਾਉਣਾ ਅਤੇ ਨਾ ਹੀ ਖਤਰਿਆਂ ਦੀ ਕੋਈ ਥੋੜ ਹੋਵੇਗੀ। ਡੈਨਫੀਲਡ ਨੇ ਆਖਿਆ ਸੀ ਕਿ ਪ੍ਰਾਰਥਨਾ ਕਰਨ ਦੇ ਉਦੇਸ਼ ਵਿੱਚੋਂ ਇੱਕ, ਕਿਉਂਕਿ ਇਹ ਸ਼ਸਤਰ ਵਸਤਰ ਨਾਲ ਜੁੜਿਆ ਹੋਇਆ ਹੈ, ਉਹ ਇਹ ਹੈ ਕਿ ਪ੍ਰਾਰਥਨਾ ਦੇ ਦੁਆਰਾ ਹੀ ਹੈ ਕਿ ਅਸੀਂ ਸ਼ਸਤਰ ਵਸਤਰ ਪਹਿਨਦੇ ਹਾਂ। ਉਸਨੇ ਆਖਿਆ ਸੀ, ਖੁਸ਼ਖਬਰੀ ਦੇ ਸ਼ਸਤਰ ਵਸਤਰ ਪਹਿਨ ਲਵੋ, ਹਰ ਇੱਕ ਸ਼ਸਤਰ ਪ੍ਰਾਰਥਨਾ ਦੇ ਨਾਲ ਪਹਿਨੋ। ਮੈਂ ਤੁਹਾਡੇ ਵਿੱਚੋਂ 2 ਜਾਂ 3 ਨਾਲ ਗੱਲ ਕਰ ਚੁੱਕਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਆਖਿਆ ਕਿ ਤੁਹਾਡੇ ਜੀਵਨ ਵਿੱਚ ਇਹੋ ਜਿਹੇ ਸਮੇਂ ਰਹੇ ਹਨ ਜਦੋਂ ਕਿ ਆਪ ਸਵੇਰੇ ਉੱਠੋ ਅਤੇ ਸੱਚਮੁੱਚ ਸਵੇਰੇ ਆਪ ਨੇ ਆਪਣੇ ਆਪ ਨੂੰ ਆਤਮਿਕ ਪੁਸ਼ਾਕ ਪਹਿਨਾਈ ਸੀ। ਆਪ ਨੇ ਪ੍ਰਾਰਥਨਾ ਵਿੱਚ ਆਪਣੇ ਸ਼ਸਤਰ ਵਸਤਰ ਪਹਿਨੇ ਸੀ। ਫਿਰ ਇਸ ਪਿਛਲੇ ਹਫ਼ਤੇ ਮੈਂ ਇੱਕ ਛੋਟੀ ਜਿਹੀ ਪੁਸਤਕ ਵਿੱਚ ਪੜ੍ਹ ਰਿਹਾ ਸੀ, ਜੋ ਸ਼ੈਤਾਨ ਦੇ ਵਿਰੁੱਧ ਰਣਨੀਤੀ ਦੇ ਬਾਰੇ ਸੀ। ਇਹ ਵਾਨ ਵਸਵੀ ਦੇ ਦੁਆਰਾ ਹੀ ਲਿਖੀ ਗਈ ਸੀ। ਉਸਨੇ ਇਹ ਲਿਖਿਆ ਸੀ, ਉਸਨੇ ਆਖਿਆ, ਮੈਂ ਜਦੋਂ ਆਪਣੀ ਦੇਹ, ਆਪਣੇ ਮਨ ਅਤੇ ਆਪਣੀ ਇੱਛਾ ਪਰਮੇਸ਼ਰ ਨੂੰ ਦੇ ਚੁੱਕਾ ਹਾਂ, ਤਦ ਮੈਂ ਪਵਿੱਤਰ ਆਤਮਾ ਤੋਂ ਮੰਗਦਾ ਹਾਂ ਕਿ ਉਹ ਮੈਨੂੰ ਭਰੇ ਅਤੇ ਫਿਰ ਮੈਂ ਨੇਚਾ ਦੁਆਰਾ ਹਰ ਸ਼ਸਤਰ ਵਸਤਰ ਨੂੰ ਇੱਕ-ਇੱਕ ਕਰਕੇ ਪਹਿਨਦਾ ਹਾਂ। ਉਸਨੇ ਆਖਿਆ ਹੈ, ਮੈਂ ਕੁਝ ਕੁ ਇਸ ਤਰ੍ਹਾਂ ਪ੍ਰਾਰਥਨਾ ਕਰਦਾ ਹਾਂ, ਹੇ ਪਿਤਾ, ਮੈਂ ਤੇਰਾ ਧੰਨਵਾਦ ਉਸ ਇੰਤਜ਼ਾਮ ਲਈ ਕਰਦਾ ਹਾਂ ਜੋ ਆਪ ਨੇ ਸ਼ੈਤਾਨ ਉੱਤੇ ਫਤਿਹ ਪਾਉਣ ਲਈ ਕੀਤਾ ਹੈ। ਹੁਣ ਮੈਂ ਨੇਚਾ ਦੇ ਦੁਆਰਾ ਸੱਚਾਈ ਦਾ ਕਮਰ ਕੱਸਾ ਪਹਿਨਦਾ ਹਾਂ। ਮੇਰੀ ਜ਼ਿੰਦਗੀ ਨੂੰ ਅੱਜ ਸੱਚਾਈ ਦੇ ਦੁਆਰਾ ਪ੍ਰੇਰਿਤ ਕੀਤਾ ਜਾਵੇ। ਮੇਰੇ ਦਿਲ ਦੀ ਮਦਦ ਕਰ ਕਿ ਇਹ ਜੋ ਧਰਮੀ ਹੈ, ਇਹ ਉਸ ਨੂੰ ਪਿਆਰ ਕਰੇ ਅਤੇ ਜੋ ਪਾਪਮਾਈ ਉਸ ਤੋਂ ਇਨਕਾਰ ਕਰੇ। ਮਸੀਹ ਦੀ ਧਾਰਮਿਕਤਾ ਜੋ ਮੇਰੇ ਲਈ ਲੇਖੇ ਜੜੀ ਗਈ ਹੈ, ਉਸ ਦੇ ਮੈਂ ਆਪ ਦਾ ਧੰਨਵਾਦ ਕਰਦਾ ਹਾਂ। ਨੇਚਾ ਦੁਆਰਾ ਮਿਲਾਪ ਦੀ ਜੁੱਤੀ ਪਾਉਂਦਾ ਹਾਂ। ਪ੍ਰਭੂ ਮੇਰੀ ਮਦਦ ਕਰੇ ਕਿ ਮੈਂ ਇੱਕ ਮਿਲਾਪ ਕਰਾਉਣ ਵਾਲਾ ਹੋਵਾਂ, ਨਾ ਕਿ ਮੁਸੀਬਤ ਪੈਦਾ ਕਰਨ ਵਾਲਾ। ਨੇਚਾ ਦੇ ਦੁਆਰਾ ਮੈਂ ਨੇਚਾ ਦੀ ਢਾਲ ਪਹਿਨਦਾ ਹਾਂ। ਅੱਜ ਮੈਂ ਆਪ ਦੇ ਵਚਨ ਵਿੱਚ ਭਰੋਸਾ ਰੱਖ ਸਕਾਂ ਅਤੇ ਸ਼ੈਤਾਨ ਦੇ ਅਗਨ ਬਾਣਾਂ ਵਿੱਚੋਂ ਕਿਸੇ ਨੂੰ ਵੀ ਜਲਾਉਣ ਦਾ ਕੰਮ ਨਾ ਕਰਾਂ। ਮੈਂ ਆਪ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਮੈਂ ਬਿਨਾਂ ਡਰ ਜਾ ਸਕਦਾ ਹਾਂ। ਨੇਚਾ ਦੇ ਦੁਆਰਾ ਮੈਂ ਮੁਕਤੀ ਦਾ ਟੋਪ ਪਹਿਨਦਾ ਹਾਂ। ਮੈਂ ਅੱਜ ਯਾਦ ਰੱਖ ਸਕਾਂ ਕਿ ਯਿਸੂ ਦੁਆਰਾ ਆ ਰਿਹਾ ਹਾਂ। ਮੇਰੀ ਮਦਦ ਕਰਕੇ ਮੈਂ ਭਵਿੱਖ ਨਾਲ ਵਿੱਚ ਰਹਿ ਸਕਾਂ। ਮੇਰੇ ਮਨ ਦੀ ਨਿਰਾਸ਼ਾ ਅਤੇ ਉਦਾਸੀ ਤੋਂ ਰਾਖੀ ਕਰ। ਨੇਚਾ ਦੇ ਦੁਆਰਾ ਮੈਂ ਸ਼ਸਤਰ ਵਸਤਰ ਪਹਿਨ ਲਏ ਹਨ। ਇਹ ਦਿਨ ਲਈ ਇੱਕ ਫਤਿਹ ਦਿਨ ਹੋਵੇਗਾ ਜੋ ਅੱਜ ਮੈਂ ਸ਼ੁਰੂ ਕਰਦਾ ਹਾਂ। ਮੈਂ ਹੈਰਾਨ ਹੁੰਦਾ ਹਾਂ ਕਿ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਅਤੇ ਬਸ ਇਹੋ ਹੀ ਪ੍ਰਾਰਥਨਾ ਸਵੇਰੇ ਕਰਾਂਗੇ, ਤਦ ਕੀ ਵਰਪੇਗਾ। ਇਹ ਪ੍ਰਭੂ, ਪ੍ਰਾਰਥਨਾ ਕਰਦਿਆਂ ਮੈਂ ਸ਼ਸਤਰ ਵਸਤਰ ਪਹਿਨ ਰਿਹਾ ਹਾਂ। ਮੈਂ ਆਪਣੇ ਵਸਤਰ ਪਹਿਨ ਰਿਹਾ ਹਾਂ ਅਤੇ ਮੈਂ ਆਤਮਿਕ ਤੌਰ ਤੇ ਵਸਤਰ ਪਹਿਨ ਰਿਹਾ ਹਾਂ। ਹੇ ਪ੍ਰਭੂ, ਇੱਕ ਨੇਚਾ ਵਾਲਾ ਵਿਅਕਤੀ ਹੋਣ ਵਿੱਚ ਮੇਰੀ ਮਦਦ ਕਰ। ਇੱਕ ਧਰਮੀ ਮਨੁੱਖ ਹੋਣ ਵਿੱਚ ਮੇਰੀ ਮਦਦ ਕਰ, ਜੋ ਧਾਰਮਿਕਤਾ ਮਸੀਹ ਵਿੱਚ ਹੋ ਕੇ ਮੇਰੇ ਕੋਲ ਹੈ। ਉਸ ਲਈ ਧੰਨਵਾਦ। ਪਰ ਹੇ ਪਰਮੇਸ਼ਰ, ਅੱਜ ਇੱਕ ਧਰਮੀ ਜੀਵਨ ਜਿਉਣ ਵਿੱਚ ਮੇਰੀ ਮਦਦ ਕਰ। ਮੇਰੀ ਮਦਦ ਕਰ, ਮੈਂ ਇੱਕ ਮਿਲਾਪ ਕਰਾਉਣ ਵਾਲਾ ਹੋਵਾਂ, ਨਾ ਕਿ ਮੁਸ਼ਕਲਾਂ ਖੜੀਆਂ ਕਰਨ ਵਾਲਾ। ਹੇ ਪ੍ਰਭੂ, ਮੇਰੀ ਮਦਦ ਕਰ। ਜਦੋਂ ਕਿ ਮੈਂ ਮੁਕਤੀ ਦਾ ਟੋਪ ਪਹਿਨਦਾ ਹਾਂ, ਮੈਂ ਇਹ ਸਮਝ ਸਕਾਂ ਕਿ ਮੇਰੀ ਮੁਕਤੀ ਜੋ ਹੁਣ ਮੇਰੇ ਲਈ ਸੰਪੂਰਨ ਹੈ, ਜਦੋਂ ਆਪ ਵਾਪਸ ਆਵੋ, ਤਦ ਉਸ ਦਿਨ ਇਹ ਅੰਤ ਵਿੱਚ ਸੰਪੂਰਨ ਠਹਿਰੇ। ਮੈਂ ਅੱਗੇ ਆਪ ਦੀ ਆਮਦ ਵੱਲ ਤੱਕਦਾ ਹਾਂ। ਹੇ ਪ੍ਰਭੂ, ਮੈਨੂੰ ਨੇਚਾ ਦੀ ਢਾਲ ਲੈਣ ਵਿੱਚ ਮਦਦ ਕਰ ਅਤੇ ਮੇਰੀ ਮਦਦ ਕਰ ਕਿ ਜੋ ਵੀ ਅਗਨਬਾਣ ਸ਼ੈਤਾਨ ਮੇਰੇ ਰਾਹ ਵੱਲ ਭੇਜਦਾ ਹੈ, ਮੈਂ ਉਹਨਾਂ ਵਿੱਚੋਂ ਕਿਸੇ ਦੇ ਜਲਣ ਵਿੱਚ ਹੋਰ ਤੇਲ ਨਾ ਪਾਵਾਂ। ਮੈਨੂੰ ਤਲਵਾਰ ਲੈਣ ਵਿੱਚ ਮਦਦ ਕਰ। ਪਰਮੇਸ਼ਰ ਦੇ ਕਥਨਾਂ ਨੂੰ, ਜੋ ਸਮੱਸਿਆਵਾਂ ਦਾ ਮੈਂ ਅੱਜ ਸਾਰਾ ਦਿਨ ਸਾਹਮਣਾ ਕਰਨ ਜਾ ਰਿਹਾ ਹਾਂ, ਉਹਨਾਂ ਵਾਸਤੇ ਤੇਰੇ ਹਥਿਆਰ ਦੇ ਜ਼ਖੀਰੇ ਵਿੱਚੋਂ ਮੈਨੂੰ ਉਹ ਤਲਵਾਰਾਂ ਲੈਣ ਵਿੱਚ ਮਦਦ ਕਰ, ਜਿਨ੍ਹਾਂ ਨਾਲ ਮੇਰੇ ਮਨ ਨੂੰ ਭਰ ਦੇ। ਪ੍ਰਭੂ ਜੀ, ਮੈਨੂੰ ਆਤਮਿਕ ਤੌਰ ਤੇ ਵਸਤਰ ਪਹਿਨਾ ਦੇ। ਹੇ ਪ੍ਰਭੂ, ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਮੈਂ ਪਵਿੱਤਰ ਆਤਮਾ ਦੀ ਸ਼ਕਤੀ ਵਿੱਚ ਹੋ ਕੇ ਬਾਹਰ ਜਾਣਾ ਅਤੇ ਤੇਰੇ ਲਈ ਫਤਿਹਮੰਦ ਹੋਣ ਲਈ ਤਿਆਰ ਹਾਂ। ਜਦੋਂ ਆਪ ਸ਼ਸਤਰ ਵਸਤਰ ਪਹਿਨਦੇ ਹੋ, ਤਦ ਆਪ ਪੁਸ਼ਾਕ ਪਹਿਨਦੇ ਹੋ। ਆਪ ਗੌਰ ਕਰੋ, ਮਸੀਹ ਪ੍ਰਾਰਥਨਾ ਦੇ ਦੁਆਰਾ ਚਲਾਏ ਜਾਣ ਲਈ
ਉਸਾਰਿਆ ਗਿਆ ਹੈ। ਜੇਕਰ ਉਸ ਕੋਲ ਪ੍ਰਾਰਥਨਾ ਨਹੀਂ ਹੈ ਤਦ ਉਹ ਨਹੀਂ ਚੱਲੇਗਾ। ਆਪ ਆਪਣੇ ਜੀਵਨ ਦੇ ਇੰਜਣ ਵਿੱਚ ਜੋ ਚਾਹੋ ਪਾ ਲਓ, ਪਰ ਜੇਕਰ ਆਪ ਇੱਕ ਮਸੀਹੀ ਹੋ ਤਦ ਇੱਕੋ ਹੀ ਇੱਕ ਚੀਜ਼ ਹੈ ਜੋ ਕਾਰਜਸ਼ੀਲ ਹੋਵੇਗੀ, ਉਹ ਤਾਂ ਪ੍ਰਾਰਥਨਾ ਹੀ ਹੈ। ਮੈਂ ਨਹੀਂ ਜਾਣਦਾ ਕਿ ਇਹ ਸਭ ਸਿੱਖਣ ਲਈ ਤੁਹਾਨੂੰ ਕਿੰਨਾ ਸਮਾਂ ਲੱਗੇਗਾ, ਪਰ ਮੈਂ ਆਪ ਨੂੰ ਇਹ ਦੱਸਾਂਗਾ, ਪਰਮੇਸ਼ਰ ਆਪ ਦੇ ਜੀਵਨ ਵਿੱਚ ਉਦੋਂ ਤੱਕ ਰੁਕਾਵਟਾਂ ਲਿਆਉਣਾ ਬੰਦ ਨਹੀਂ ਕਰੇਗਾ ਜਦੋਂ ਤੱਕ ਆਪ ਇਸ ਨੂੰ ਸਿੱਖ ਨਾ ਲਓ। ਜਦੋਂ ਤੱਕ ਆਪ ਆਪਣੇ ਸਰੀਰ ਦੀ ਸ਼ਕਤੀ ਆਪਣੇ ਆਤਮਿਕ ਤੇਲ ਦੀ ਟੈਂਕੀ ਵਿੱਚ ਪਾਉਣ ਦੀ ਕੋਸ਼ਿਸ਼ ਕਰਨੀ ਜਾਰੀ ਰੱਖੋਗੇ, ਆਪ ਟੁੱਟਣਾ ਜਾਰੀ ਰੱਖੋਗੇ। ਜਦੋਂ ਤੱਕ ਆਪ ਇਹ ਨਹੀਂ ਆਖੋਗੇ, ਹੇ ਪ੍ਰਭੂ, ਆਪ ਦੇ ਆਤਮਾ ਦੀ ਸ਼ਕਤੀ ਦੁਆਰਾ ਮੈਂ ਆਪਣੇ ਆਪ ਨੂੰ ਆਪ ਦੇ ਰਾਹ ਲਈ ਸਮਰਪਿਤ ਕਰਦਾ ਹਾਂ। ਮੈਂ ਪ੍ਰਾਰਥਨਾ ਨੂੰ ਆਪਣੇ ਜੀਵਨ ਦੀ ਸ਼ਕਤੀ ਬਣਾਵਾਂਗਾ ਤਾਂ ਕਿ ਆਪ ਮੈਨੂੰ ਆਪ ਦਾ ਜਨ ਹੋਣ ਲਈ ਸ਼ਕਤੀ ਪ੍ਰਦਾਨ ਕਰੋ, ਤਾਂ ਕਿ ਮੈਂ ਆਪ ਦੇ ਵਚਨ ਦੇ ਵਿੱਚ ਬਣਾ ਰਹਾਂ ਔਰ ਮੇਰੇ ਜੀਵਨ ਦੇ ਵਿੱਚ ਤੁਹਾਡਾ ਕੰਮ ਸਫਲ ਹੋਵੇ ਔਰ ਤੁਹਾਡਾ ਵਚਨ ਪੂਰਾ ਹੋਵੇ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਦੋਸਤੋ, ਅੱਜ ਅਸੀਂ ਪਰਮੇਸ਼ਰ ਦੇ ਸ਼ਸਤਰ ਦੇ ਬਾਰੇ ਗੌਰ ਕਰ ਰਹੇ ਸੀ, ਜੋ ਕਿ ਪ੍ਰਾਰਥਨਾ ਹੈ। ਦੋਸਤੋ, ਇੱਕ ਪ੍ਰਭਾਵਸ਼ਾਲੀ ਪ੍ਰਾਰਥਨਾ ਯੋਧਾ ਬਣਨ ਦੇ ਲਈ ਅੱਜ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕੀਤਾ ਉਹ ਹਨ: ਪਹਿਲਾ, ਯੋਧੇ ਦੀ ਪ੍ਰਾਰਥਨਾ ਦੀ ਸ਼ਕਤੀ; ਦੂਜਾ, ਯੋਧੇ ਦੀ ਪ੍ਰਾਰਥਨਾ ਦੀ ਸਪਸ਼ਟਤਾ; ਤੀਜਾ, ਯੋਧੇ ਦੀ ਪ੍ਰਾਰਥਨਾ ਦਾ ਧੀਰਜ; ਚੌਥਾ, ਪ੍ਰਾਰਥਨਾ ਦਾ ਉਦੇਸ਼। ਦੋਸਤੋ, ਸਾਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਿਆ ਹੋਵੇਗਾ, ਪਰ ਮੈਂ ਤੁਹਾਨੂੰ ਮਹੱਤਵਪੂਰਨ ਗੱਲਾਂ ਨੂੰ ਯਾਦ ਕਰਵਾਉਣਾ ਚਾਹੁੰਦਾ। ਉਹ ਇਹ ਹੈ ਕਿ ਅਸੀਂ ਪ੍ਰਾਰਥਨਾ ਆਪਣੀ ਸ਼ਕਤੀ ਦੇ ਨਾਲ ਨਹੀਂ ਕਰ ਸਕਦੇ। ਰੋਮੀਆਂ 8 ਅਧਿਆਇ ਦੀ 26 ਅਤੇ 27 ਆਇਤ ਦੇ ਵਚਨ ਸਾਨੂੰ ਦੱਸਦੇ ਹਨ ਕਿ ਇਹ ਤਾਂ ਸਿਰਫ ਆਤਮਾ ਦੀ ਸ਼ਕਤੀ ਦੇ ਰਾਹੀਂ ਹੀ ਹੁੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਇੱਛਾ ਵਿੱਚ ਹੋ ਕੇ ਪ੍ਰਾਰਥਨਾ ਕਰ ਸਕਦੇ ਹਾਂ। ਦੋਸਤੋ, ਕੀ ਤੁਸੀਂ ਆਪਣੀ ਖੁਦ ਦੀ ਸ਼ਕਤੀ ਦੇ ਨਾਲ ਪ੍ਰਾਰਥਨਾ ਕਰ ਰਹੇ ਹੋ ਜਾਂ ਫਿਰ ਪਵਿੱਤਰ ਆਤਮਾ ਦੀ ਸ਼ਕਤੀ ਦੇ ਵਿੱਚ ਹੋ ਕੇ ਪ੍ਰਾਰਥਨਾ ਕਰ ਰਹੇ ਹੋ? ਕੀ ਤੁਸੀਂ ਆਪਣੀ ਪ੍ਰਾਰਥਨਾ ਦੇ ਵਿੱਚ ਸਪਸ਼ਟ ਹੋ ਕਿ ਤੁਸੀਂ ਕੀ ਪ੍ਰਾਰਥਨਾ ਕਰ ਰਹੇ ਹੋ? ਦੋਸਤੋ, ਸਾਨੂੰ ਜਾਗਦੇ ਹੋਏ ਅਤੇ ਸੁਚੇਤ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਜੀ ਮਰਕੁਸ ਦੀ ਇੰਜੀਲ ਦੇ 13 ਅਧਿਆਇ ਦੀ 33 ਆਇਤ ਦੇ ਵਚਨਾਂ ਦੇ ਵਿੱਚ ਕਹਿੰਦੇ ਹਨ: ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਅਤੇ ਤੁਸੀਂ ਜਗਤ ਉੱਤੇ ਫਤਿਹ ਪਾਓਗੇ। ਆਓ ਪ੍ਰੋਗਰਾਮ ਨੂੰ ਖਤਮ ਕਰਦੇ ਹੋਏ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਮਹਾਨ ਸਾਮਰਥੀ ਅਤੇ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪਿਤਾ, ਅੱਜ ਤੁਸੀਂ ਪ੍ਰਾਰਥਨਾ ਦੇ ਹਥਿਆਰ ਦੇ ਬਾਰੇ ਸਾਨੂੰ ਸਿਖਾਇਆ। ਤੁਸੀਂ ਸਿਖਾਇਆ ਕਿ ਇਹ ਬਹੁਤ ਹੀ ਜ਼ਬਰਦਸਤ ਹਥਿਆਰ ਹੈ ਜਿਹਦੇ ਜ਼ਰੀਏ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹਾਂ। ਔਰ ਪਿਤਾ ਪਰਮੇਸ਼ਵਰ, ਇਸ ਹਥਿਆਰ ਦੇ ਜ਼ਰੀਏ ਪਿਤਾ ਪਰਮੇਸ਼ਵਰ ਅਸੀਂ ਸ਼ੈਤਾਨ ਨੂੰ ਹਰਾ ਸਕਦੇ ਹਾਂ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਅੱਜ ਦੀ ਸਿੱਖਿਆ ਵਾਸਤੇ। ਸਾਡੀ ਪ੍ਰਾਰਥਨਾ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਪ੍ਰਾਰਥਨਾ ਦੇ ਇਸ ਵਿਸ਼ੇ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਕਰੋ। ਅਸੀਂ ਤੁਹਾਡੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਪਿਤਾ ਤੁਹਾਡੇ ਨਾਮ ਨੂੰ ਜਲਾਲ ਦਈਏ ਔਰ ਇਸ ਆਤਮਿਕ ਯੁੱਧ ਦੇ ਵਿੱਚ ਫਤਿਹ ਹਾਸਿਲ ਕਰ ਸਕੀਏ, ਆਪਣੇ ਸਰੀਰਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਸਕੀਏ। ਪ੍ਰਭੂ ਜੀ, ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ। ਤੁਹਾਡੇ ਬੇਟੇ ਆਪਣੇ ਮੁਕਤੀਦਾਤਾ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।